ਸਤਿ ਸ੍ਰੀ ਅਕਾਲ। ਆਓ ਅੱਜ ਆਪਾਂ ਅੱਜ ਦੇ ਐਪੀਸੋਡ ਦੇ ਉੱਤੇ ਇੱਕ ਵਾਰ ਫਿਰ ਵਿਚਾਰ ਕਰੀਏ ਕਿ ਇਸ ਤਨ ਦੇ ਵਿੱਚ, ਇਹ ਸਰੀਰ ਦੇ ਵਿੱਚ ਬਿਮਾਰੀ ਕਿਉਂ ਆਈ, ਉਸ ਦਾ ਰੂਟ ਕਾਜ਼, ਉਸ ਦਾ ਜੜ ਜੋ ਹੈ ਬਿਮਾਰੀ ਦੀ, ਉਹ ਕਿੱਥੋਂ ਸ਼ੁਰੂ ਹੋਈ। ਅੱਜ ਆਪਾਂ ਇਮਿਊਨਿਟੀ ਬਾਰੇ ਵੀ ਗੱਲ ਕਰਾਂਗੇ, ਕਿਉਂਕਿ ਜਦੋਂ ਸਾਡੇ ਸਰੀਰ ਅਤੇ ਸਾਡੀ ਚੇਤਨਾ ਕੌਨਸ਼ੀਅਸ ਦੀ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਮੈਡੀਕਲ ਸਾਇੰਸ ਨੇ ਇਹ ਗੱਲ ਸਮਝ ਲਈ। ਅੱਜ ਡਾਕਟਰਾਂ ਵੱਲੋਂ ਵੀ, ਹਾਰਟ ਦੇ ਡਾਕਟਰਾਂ ਵੱਲੋਂ ਵੀ ਇਹ ਚੀਜ਼ ਆ ਰਹੀ ਹੈ ਕਿ ਆਪਣੀ ਚੇਤਨਾ ਦੀ ਸ਼ਕਤੀ ਨੂੰ ਵਧਾਓ। ਕੁਝ ਗੱਲਾਂ ਜਿਹੜੀਆਂ ਸਾਡੇ ਅੰਦਰ ਨੈਗੇਟਿਵ ਭਰ ਚੁੱਕੀਆਂ ਹਨ, ਉਹ ਕਿਸ ਕਾਰਨ ਆਈਆਂ। ਜਦੋਂ ਸਾਡੀ ਚੇਤਨਾ ਦੀ ਸ਼ਕਤੀ ਜਾਂ ਕੌਨਸ਼ੀਅਸ ਦੀ ਸ਼ਕਤੀ, ਦੂਸਰੇ ਸ਼ਬਦਾਂ 'ਚ ਇਹ ਕਹੀਏ ਆਤਮਾ ਦੀ ਸ਼ਕਤੀ, ਜਦੋਂ ਇਹ ਦੇ ਵਿੱਚ ਕਮੀ ਆਈ, ਕਮਜ਼ੋਰੀ ਆਈ, ਕਿਸ ਚੀਜ਼ ਦੀ? ਹਿਊਮੈਨਿਟੀ ਦੀ। ਇਸ ਦੇ ਅੰਦਰ ਆਤਮਿਕ ਸ਼ਕਤੀਆਂ, ਆਤਮਿਕ ਆਊਟਲੁੱਕ और आत्मिक गुण और आत्मिक मर्यादा, ये चीज़ां जुड़ियां हुई सन आत्मा दे अनादि और आदि रूप। अज असीं ये गल नूं समझ गए कि साइको न्यूरो इम्यूनोलॉजी का अर्थ यह है कि पहला बीमारी आत्मा की कमजोरी नूं देख करके नैगेटिव चीज़ां, नैगेटिव गल्लां साडे विचारां विच प्रवेश कर गई। अज 80% बीमारियां जो है वो मानसिक तौर पर शुरू होंदियां हैं, जिथों भय शुरू होंदा है, डर शुरू होंदा है। और डर क्यों शुरू होता है? आत्मा निर्बल बन गई, चेतना निर्बल बन गई और उसने अंदर प्रवेश करना शुरू कर दिया। इम्यूनिटी कमजोर हुई। पहले शरीर की इम्यूनिटी कमजोर नहीं सी, क्योंकि ਉਹਦੇ अंदर बीमारी नहीं आई। ਜਦੋਂ ਉਹ ਟੈਨਸ਼ਨ ਦਾ रूप धारण कर गई, स्ट्रेस आ गई, तनाव बढ़ गया, नींद खत्म होने लगी, नींद घट गई, और नींद ते तनाव दोनों एक कमरे च नहीं रह सकते। अगर मानसिक विचार तेजी नाल और नेगेटिव चल रहे हैं, सोच चल रही है, चिंता है, डर है, तो नींद नहीं आए। और नींद ना आना साडी बॉडी दे जिहड़े सैल है, मसल पट्ठे है, उन्होंने रात नूं रिलैक्स होना, वो रिलैक्स नहीं होते। और ब्रेन दे जोड़े नर्व सैल है, जिन्हां नूं न्यूरोन कहा जाता है, वो भी कमज़ोर हो जाते हैं। और दूसरी चीज़ ये है, जदों ये अज दे टाइम विच देखिए तो स्ट्रेस जो है वो पीक लेवल ते जा रही है। अज बीमारी शरीर विच प्रवेश कर गई, और ये शरीर दे विच जदों बीमारी प्रवेश कर जाती है,
ਉਹ ਬਿਮਾਰੀ ਸਾਡੇ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ। ਪਹਿਲਾਂ ਜਿਹੜੀ ਸਟ੍ਰੈਸ ਸੀ ਇਹਨੂੰ ਡਿਸਟ੍ਰੈਸ ਕਿਹਾ ਜਾਂਦਾ ਸੀ। ਇਹ ਸਾਡੀ ਕੰਟਰੋਲਿੰਗ ਪਾਵਰ ਉਹਦੇ ਨਾਲੋਂ ਵੱਧ ਸੀ। ਅਸੀਂ ਕਿਸੇ ਵੀ ਆਉਣ ਵਾਲੀ ਪਰਿਸਥਿਤੀ ਨੂੰ, ਆਉਣ ਵਾਲੀ ਘਟਨਾ ਨੂੰ, ਆਉਣ ਵਾਲੀ ਸਮੱਸਿਆ ਨੂੰ, ਘਰੇਲੂ ਕਿਸੇ ਪ੍ਰਕਾਰ ਦੀ ਵੀ ਸਮੱਸਿਆ ਆਈ ਤਾਂ ਅਸੀਂ ਉਸ ਦੇ ਉੱਪਰ ਉਹਨੂੰ ਹਾਵੀ ਨਹੀਂ ਹੋਣ ਦਿੰਦੇ ਸੀ, ਅਸੀਂ ਉਹਦੇ ਉੱਤੇ ਕੰਟਰੋਲ ਕਰ ਲੈਂਦੇ ਸੀ। ਪਰ ਅੱਜ ਸਾਡੀਆਂ ਸਾਰੀਆਂ ਇਹ ਚੀਜ਼ਾਂ ਕੰਟਰੋਲ ਤੋਂ ਬਾਹਰ ਚਲੀਆਂ। ਇੱਕ ਚੀਜ਼ ਵੱਲ ਧਿਆਨ ਨਾ ਦਈਏ, ਆਲ ਰਾਊਂਡ ਦੇਖੀਏ ਤਾਂ ਸਾਡੇ ਬੱਚਿਆਂ ਤੇ ਸਾਡਾ ਕੰਟਰੋਲ ਨਹੀਂ। ਮੋਬਾਈਲ ਸਿਸਟਮ ਆ ਗਿਆ, ਬੱਚਿਆਂ ਦੇ ਅੰਦਰ ਵੀ ਚੇਂਜ ਆ ਗਈ, ਔਰ ਬੱਚਿਆਂ ਦੇ ਅੰਦਰ ਵੀ ਅੱਜ ਦੇਖਦੇ ਹਾਂ ਕਿ ਛੋਟੀ ਆਯੂ ਦੇ ਵਿੱਚ, ਕਾਲਜ ਲਾਈਫ ਦੇ ਵਿੱਚ ਵੀ ਮੈਂ ਦੇਖਿਆ ਕਈਆਂ ਨੂੰ ਸਾਈਕਿਕ ਇਫੈਕਟ ਸ਼ੁਰੂ ਹੋ ਗਏ, ਡਿਪਰੈਸ਼ਨ ਦੀ ਬਿਮਾਰੀ ਆਉਣੀ ਸ਼ੁਰੂ ਹੋ ਗਈ। ਇਹ ਬਿਮਾਰੀਆਂ ਕਿਉਂ ਆਈਆਂ? ਪਹਿਲਾਂ ਇਹ ਬਿਮਾਰੀਆਂ ਕੌਨਸ਼ੀਅਸ ਵਿੱਚ ਆਈਆਂ, ਫਿਰ ਇਹ ਬ੍ਰੇਨ ਵਿੱਚ ਆਈਆਂ, ਔਰ ਬ੍ਰੇਨ ਦੇ ਦੁਆਰਾ ਪਹਿਲਾਂ ਇਹਨਾਂ ਨੇ ਗ੍ਰਿਪ ਕਿਹਨੂੰ ਕੀਤਾ? ਪਹਿਲਾਂ ਇਹਨਾਂ ਨੇ ਸਾਡੇ ਕੰਟਰੋਲ ਰੂਮ ਨੂੰ ਗ੍ਰਿਪ ਕੀਤਾ। ਔਰ ਕੰਟਰੋਲ ਰੂਮ ਸਾਡਾ ਕੀ ਸੀ? ਸਾਡਾ ਜਿਹੜਾ ਮਸਤਕ ਹੈ ਇਹ ਸਾਡਾ ਕੰਟਰੋਲ ਰੂਮ ਹੈ। ਦੂਜੇ ਸ਼ਬਦਾਂ ਦੇ ਵਿੱਚ ਕਹੀਏ, ਸਾਡਾ ਬ੍ਰੇਨ ਇੱਕ ਸੁਪਰ ਕੰਪਿਊਟਰ ਹੈ ਜਿਹਨੂੰ ਅੱਜ ਕੋਈ ਵੀ ਮਨੁੱਖ ਇਸ ਤਰ੍ਹਾਂ ਦਾ ਕੰਪਿਊਟਰ ਨਹੀਂ ਬਣਾ ਸਕਦਾ। ਪਾਸਟ ਦੀਆਂ ਗੱਲਾਂ ਨੂੰ ਯਾਦ ਕਰਨਾ, ਫਿਊਚਰ ਬਾਰੇ ਸੋਚਣਾ, ਇਹ ਸਾਡੇ ਬ੍ਰੇਨ ਦੇ ਅੰਦਰ ਹੀ ਹੈ। ਮਾੜੀ ਘਟਨਾ ਨੂੰ ਦੇਖਦੇ ਹੋਏ ਉਸ ਦੇ ਅਨੁਸਾਰ ਅਸੀਂ ਇਹ ਗੱਲਾਂ ਜੀਵਨ ਦੇ ਵਿੱਚ ਧਾਰਨ ਕਰਦੇ ਗਏ। ਅੱਜ ਕੀ ਹੋਇਆ? ਆਤਮਾ ਦੀ ਇਮਿਊਨਿਟੀ ਤਾਂ ਕਮਜ਼ੋਰ ਹੋਈ। ਇਮਿਊਨਿਟੀ ਦਾ ਮਤਲਬ ਦੂਸਰਾ ਇਹ ਹੈ ਕਿ ਦੂਸਰੀ ਸ਼ਕਤੀ। ਅੱਜ ਹਾਰਟ ਦੇ ਮਾਰ ਲੋਕ ਵੀ ਇਹ ਗੱਲ ਨੂੰ ਮੰਨਦੇ ਹਨ ਕਿ ਜੇ ਹਾਰਟ ਦੀ ਬਿਮਾਰੀ ਨੂੰ ਕਮ ਕਰਨਾ ਹੈ ਤਾਂ ਸਪਿਰਿਚੁਅਲਿਟੀ ਨੂੰ ਧਾਰਨ ਕਰਨਾ ਪਏਗਾ। ਉਹਨਾਂ ਨੇ ਸਪਿਰਿਚੁਅਲਿਟੀ ਨੂੰ, ਉਹਨਾਂ ਦੀ ਡੈਫੀਨੇਸ਼ਨ, ਉਹਨਾਂ ਦੀ ਪਰਿਭਾਸ਼ਾ ਇਹ ਦੱਸੀ ਕਿ ਤੁਸੀਂ 10 ਗੱਲਾਂ ਨੂੰ, ਅੱਛੀਆਂ ਨੂੰ ਜੀਵਨ ਵਿੱਚ ਧਾਰਨ ਕਰੋ, ਪ੍ਰੇਮ ਨੂੰ ਧਾਰਨ ਕਰੋ, ਭਾਈਚਾਰੇ ਨੂੰ ਧਾਰਨ ਕਰੋ, ਆਨੰਦ ਨੂੰ ਧਾਰਨ ਕਰੋ, ਆਤਮਿਕ ਸ਼ਕਤੀਆਂ ਨੂੰ ਧਾਰਨ ਕਰੋ, ਸਹਿਨ ਸ਼ਕਤੀ ਨੂੰ ਧਾਰਨ ਕਰੋ, ਕੋਈ ਗੱਲਾਂ ਨੂੰ ਅੰਦਰ ਸਮਾਉਣ ਦੀ ਸ਼ਕਤੀ ਨੂੰ ਧਾਰਨ ਕਰੋ, ਸਹਿਯੋਗ ਦੇਣ ਦੀ ਸ਼ਕਤੀ ਨੂੰ ਧਾਰਨ ਕਰੋ। ਇਸ ਤਰੀਕੇ ਨਾਲ ਹੀ ਉਹਨਾਂ ਨੇ ਇਹ 10 ਗੱਲਾਂ ਦੱਸੀਆਂ। ਉਹਨਾਂ ਨੇ ਫਿਰ ਕਿਹਾ ਕਿ 10 ਗੱਲਾਂ ਨੂੰ ਅਸੀਂ ਮਾਈਨਸ ਕਰਨਾ ਹੈ। 10 ਗੱਲਾਂ ਮਾਈਨਸ ਕਿਹੜੀਆਂ ਕਰਨੀਆਂ? ਕ੍ਰੋਧ ਨੂੰ ਮਾਈਨਸ ਕਰੋ। ਕ੍ਰੋਧ ਸਭ ਤੋਂ ਵੱਡੀ ਹਾਰਟ ਵਾਸਤੇ ਨੁਕਸਾਨ ਵਾਲੀ ਚੀਜ਼ ਹੈ, ਕਿਉਂਕਿ ਜਿਹੜੀਆਂ 3 ਆਰਟਰੀਜ਼, ਕੋਰਨਰੀ ਆਰਟਰੀਜ਼, 3 ਨਾਲੀਆਂ ਜਿਹੜੀਆਂ ਹਾਰਟ ਨੂੰ ਬਲੱਡ ਸਪਲਾਈ ਕਰਦੀਆਂ ਹਨ, ਉਹ ਕ੍ਰੋਧ ਵਿੱਚ ਆਉਣ ਕਾਰਨ ਉਹਨਾਂ ਦਾ ਡਾਇਆਮੀਟਰ ਬਹੁਤ ਘਟ ਜਾਂਦਾ ਹੈ। ਪਹਿਲਾਂ ਹੀ ਘੱਟ ਹੈ, 2 ਤੋਂ 3 ਮਿਲੀਮੀਟਰ ਹੈ। ਤੇ ਇਸ ਵਾਸਤੇ ਇਹ ਚੀਜ਼ ਹੈ, ਕ੍ਰੋਧ ਦੀ ਜਗ੍ਹਾ ਦੇ ਉੱਤੇ ਕੀ ਹੈ? ਉਹਦੀ ਐਂਟੀਡੋਟ ਕੀ ਹੈ? ਉਹਦੀ ਐਂਟੀਡੋਟ ਹੈ ਪਿਆਰ, ਸਨੇਹ। ਦੂਜੀ ਉਹਨਾਂ ਨੇ ਕਿਹਾ ਕਿ ਇੱਕ ਮੁਸ਼ਕਲ ਗੱਲ ਤਾਂ ਹੈ, ਪਰ ਜੇ ਤੁਸੀਂ ਇਹ ਕਰ ਲਵੋਗੇ ਤਾਂ ਤੁਹਾਨੂੰ ਬਹੁਤ ਫਾਇਦਾ ਹੋਏਗਾ। ਫਾਇਦਾ ਤੁਹਾਨੂੰ ਹੋਏਗਾ, ਦੁਸ਼ਮਣ ਨੂੰ ਨਹੀਂ ਹੋਏਗਾ। ਮੁਆਫ ਕਰਨ ਦੀ ਸ਼ਕਤੀ ਵੀ ਰੱਖੋ, क्षमा ਕਰਨ ਦੀ ਸ਼ਕਤੀ। ਔਰ ਦੂਸਰਾ ਹੈ, ਕਿਸੇ ਤੋਂ क्षमा ਮੰਗ ਵੀ ਲਓ। ਅਗਰ ਆਪਾਂ ਤੋਂ ਗਲਤੀ ਹੋ ਜਾਂਦੀ ਹੈ ਤਾਂ क्षमा ਮੰਗ ਲਓ ਔਰ क्षमा ਕਰ ਦਿਓ। ਜ਼ਿੰਦਗੀ ਆਸਾਨ, ਸਾਨੂੰ ਫਾਇਦਾ, ਹਾਰਟ ਨੂੰ ਵੀ ਫਾਇਦਾ। ਇਹ ਚੀਜ਼ਾਂ ਆਪਾਂ ਦਿਨ ਪ੍ਰਤੀ ਦਿਨ ਰੋਜ਼ ਆਪਣੇ ਬਿਹੇਵੀਅਰ ਵਿੱਚ ਆਉਂਦੀਆਂ ਹਨ।
ਫਿਰ ਇੱਛਾ ਨੂੰ ਘੱਟ ਕਰ ਦਿਓ। ਅੱਜ ਕਿਸੇ ਦੇ ਕੋਲੇ ਸਾਈਕਲ ਹੈ, ਕਿਸੇ ਕੋਲੇ ਮੋਟਰਸਾਈਕਲ ਹੈ, ਕਿਸੇ ਕੋਲੇ ਗੱਡੀ ਹੈ, ਉਹ ਗੱਡੀ ਵਾਲੇ ਦੀ ਨਕਲ ਕਰਦਾ, ਸਾਈਕਲ ਵਾਲਾ ਸਕੂਟਰ ਵਾਲੇ ਦੀ ਨਕਲ ਕਰਦਾ। ਤਾਂ ਅਸੀਂ ਕੰਪੈਰੀਜ਼ਨ, ਦੂਜਿਆਂ ਨਾਲ ਪੇਂਟ ਕਰਨਾ, ਔਰ ਦੂਸਰੀ ਗੱਲ ਹੈ ਕੰਪੀਟੀਸ਼ਨ ਕਿ ਨਹੀਂ ਮੈਂ ਉਹ ਤੋਂ ਅੱਛਾ ਬਣਨਾ, ਇਹ ਕੰਪੀਟੀਸ਼ਨ ਨੂੰ ਵੀ ਛੱਡ। ਔਰ ਤੀਜੀ ਚੀਜ਼ ਹੈ ਕ੍ਰਿਟਿਸਾਈਜ਼। ਕਿਸੇ ਨੂੰ ਵੀ ਤੁਸੀਂ ਕ੍ਰਿਟਿਸਾਈਜ਼ ਨਾ ਕਰੋ। ਕਿਸੇ ਬਾਰੇ ਆਪਾਂ ਚੁਗਲੀ ਕਰਦੇ ਹੋ ਜਾਂ ਕੁਝ ਵੀ ਕਰਦੇ ਹੋ, ਉਹਦਾ ਅਸਰ ਪਹਿਲਾਂ ਆਪਣੇ ਤੇ ਹੁੰਦਾ ਹੈ। ਆਪਾਂ ਨੂੰ ਇਹ ਡਰ ਰਹਿੰਦਾ ਹੈ ਕਿ ਅੱਜ ਮੈਂ ਇਹਨੂੰ ਇਹ ਗੱਲ ਦੱਸ ਦਿੱਤੀ, ਇਹ 10 ਬੰਦਿਆਂ ਕੋਲ ਦੱਸੇਗਾ ਔਰ ਮੇਰੀ ਰੈਪੂਟੇਸ਼ਨ 'ਚ ਫਰਕ ਪਏਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਚੀਜ਼ ਸਾਡੇ ਹੱਥ ਵਿੱਚ ਹੈ, ਰਿਮੋਟ ਸਾਡੇ ਹੱਥ ਵਿੱਚ ਹੈ, ਅੱਜ ਇਸ ਰਿਮੋਟ ਨੂੰ ਅਸੀਂ ਦੂਜੇ ਦੇ ਹੱਥ 'ਚ ਨਾ ਦੇਈਏ। ਦੂਜੇ ਦੇ ਹੱਥ ਵਿੱਚ ਦੇ ਦੇਣਾ ਮਤਲਬ ਦੂਜੇ ਨੂੰ ਕ੍ਰਿਟਿਸਾਈਜ਼ ਕਰਨਾ, ਦੂਜੇ ਨੂੰ ਕਿਸੇ ਤਰੀਕੇ ਨਾਲ ਵੀ ਆਪਣੇ ਗੁੱਸੇ ਵਿੱਚ ਲੈ ਕੇ ਆਉਣਾ, ਆਪਣੇ ਬਾਰੇ ਚਿੰਤਨ ਕਰਨਾ, ਮੇਰੇ ਬਾਰੇ ਉਹ ਸੋਚੇ, ਬਦਲਾ ਲੈਣ ਦੀ ਭਾਵਨਾ ਰੱਖਣਾ। ਇਹ ਸਾਰੀਆਂ ਚੀਜ਼ਾਂ ਦਾ ਨੁਕਸਾਨ ਹੀ ਨੁਕਸਾਨ ਹੈ। ਇਸ ਵਾਸਤੇ ਇਹ ਚੀਜ਼ ਹੈ ਕਿ ਅੱਜ ਇੱਕ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ, ਸਾਡੇ ਅੱਗੇ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ। ਉਹ ਇਹ ਆ ਰਹੀ ਹੈ ਕਿ ਜਦੋਂ ਸਾਡੇ ਸਰੀਰ 'ਚ ਕੋਈ ਬਿਮਾਰੀ ਆਉਂਦੀ ਹੈ, ਸਾਡਾ ਜਿਹੜਾ ਇਮਿਊਨ ਸਿਸਟਮ ਹੈ, ਕਰੋਨਾ ਵਿੱਚ ਵੀ ਅਸੀਂ ਦੇਖਿਆ ਹੈ ਕਿ ਕਰੋਨਾ ਜੋ ਕਾਲ ਚੱਲਿਆ, ਜਿਸ ਦੀ ਇਮਿਊਨਿਟੀ ਬਹੁਤ ਸਟਰੋਂਗ ਸੀ, ਉਸ ਨੂੰ ਕਰੋਨਾ ਨਹੀਂ ਹੋਇਆ। ਔਰ ਇਸ ਤਰੀਕੇ ਨਾਲ ਹੀ ਸਾਡੀ ਅਗਰ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ, ਸਾਡੇ ਉੱਤੇ ਬਾਹਰ ਦੇ ਬੈਕਟੀਰੀਆ, ਬਾਹਰ ਦੇ ਜਿਹੜੇ ਜਰਾਸੀਮ ਹੈ, ਜੁੜ ਕੇ ਬਿਮਾਰੀ ਲੈ ਕੇ ਆਉਂਦੇ ਹਨ, ਇਹ ਸਰੀਰ ਦੇ ਕਿਸੇ ਹਿੱਸੇ ਉੱਤੇ ਅਟੈਕ ਕਰਦੇ ਹਨ, ਸਾਡੇ ਕਿਸੇ ਗ੍ਰੰਥੀ ਤੇ ਅਟੈਕ ਕਰਦੇ ਹਨ, ਲੀਵਰ ਦੇ ਉੱਤੇ ਅਟੈਕ ਕਰਦੇ ਹਨ, ਲੰਗਸ ਤੇ ਅਟੈਕ ਕਰਦੇ ਹਨ। ਉਸ ਟਾਈਮ ਸਾਨੂੰ ਅੰਦਰ ਤਕਲੀਫ ਹੋਣੀ ਸ਼ੁਰੂ ਹੁੰਦੀ। ਔਰ ਇਸ ਤਰ੍ਹਾਂ ਹੀ ਅਸੀਂ ਉਸ ਟਾਈਮ ਕੀ ਲੈਂਦੇ ਹਾਂ, ਉਸ ਟਾਈਮ ਅਸੀਂ ਡਾਕਟਰ ਦੇ ਪਾਸ ਜਾਂਦੇ, ਔਰ ਡਾਕਟਰ ਦੇ ਪਾਸ ਜਾ ਕਰਕੇ ਅਸੀਂ ਇਹ ਆਸ ਰੱਖਦੇ ਹਾਂ ਕਿ ਮੇਰੀ ਇਹ ਬਿਮਾਰੀ ਠੀਕ ਹੋ ਜਾਏ। ਔਰ ਡਾਕਟਰ ਸਾਨੂੰ ਕੀ ਐਡਵਾਈਸ ਕਰਦਾ ਹੈ, ਕੀ ਨਸੀਹਤ ਦਿੰਦਾ ਹੈ, ਉਸ ਤੋਂ ਕੁਛ ਗੱਲਾਂ ਪੁੱਛਦਾ ਹੈ, ਕੁਛ ਗੱਲਾਂ ਉਹ ਆਪ ਜਾਂਚ ਕਰਦਾ ਹੈ, ਤਾਂ ਉਸ ਤੋਂ ਮਗਰੋਂ ਉਹ ਨਿਰਣੇ ਲੈਂਦਾ ਹੈ। ਉਸ ਨੂੰ ਡਾਇਗਨੋਸਿਸ ਕਹਿੰਦੇ। ਇਸ ਵਾਸਤੇ ਅੱਜ ਮੈਂ ਇੱਥੇ ਵਿਰਾਮ ਦਿੰਦਾ ਹੋਇਆ ਅਗਲੇ ਐਪੀਸੋਡ ਦੇ ਵਿੱਚ ਇਸੇ ਨੂੰ ਕੰਟੀਨਿਊ ਰੱਖਾਂਗਾ। मैं छुट्टी लेना है और फिर कल मिलेंगे। सत श्री अकाल।